हाँ जी, सत श्री अकाल बाबा जी। सत श्री अकाल जी। बाबा जी पहला मैं चाहनी हाँ तुसी अपने मूहों एक बारी साडे दर्शकां नूं जिहड़ी अपनी एक छोटी जी जिहड़ी है इंट्रोडक्शन जान पछाण दे दो। वाहिगुरू जी का खालसा वाहिगुरू जी की फतेह। सो समूह निहंग सिंह जथेबंदियां बुढ़ा दल सारे तरना दल सारियां ही निहंग सिंह जथेबंदियां दे नुमाइंदे मुखी सहबान वो सारे अज दिल्ली किसान बचाओ मोर्चे दे विच सारे जाने पहुंचे हुए है। सो सारे जाणियां दी किसानां दे मोर्चे नूं फुल हमायत है। हाँ जी बाबा जी, बहुत सारे ਜਿਹੜੇ ਲੋਕ ਨੇ ਜਿਹੜੀ ਆਮ ਜਨਤਾ ਉਹਨਾਂ ਨੂੰ ਜਿਹੜਾ ਕਹਿ ਲਓ ਕਿ ਗੋਦੀ ਮੀਡੀਆ ਵੱਲੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਨਿਹੰਗ ਸਿੰਘਾਂ ਦੇ ਜੱਥੇ ਆਏ ਨੇ ਉਹ ਜਿਹੜੇ ਹੈ ਕਿ ਲੋਕਾਂ ਨੂੰ ਜਿਹੜੀ ਆਮ ਪਬਲਿਕ ਆ ਉਹਨਾਂ ਨੂੰ ਤੰਗ ਕਰਨ ਲਈ ਆਇਆ। ਉਹਨਾਂ ਬਾਰੇ ਜਿਹੜਾ ਹੈ ਤੁਸੀਂ ਸਾਡੇ ਜਿਹੜੀ ਜਨਤਾ ਹੈ ਜਿਹੜੀ ਡਰ ਰਹੀ ਹੈ ਉਹਨਾਂ ਨੂੰ ਜ਼ਰਾ ਸਪਸ਼ਟ ਕਰ ਦਿਓ ਕਿ ਤੁਸੀਂ ਇੱਥੇ ਸਿਰਫ ਜਿਹੜੇ ਸਾਡੇ ਕਿਸਾਨ ਭਾਈਚਾਰਾ ਹੈ ਉਹਨਾਂ ਦਾ ਜਿਹੜਾ ਜਿੱਦਾਂ ਉਹ ਸ਼ਾਂਤੀਪੂਰਵਕ ਚੱਲ ਰਹੇ ਨੇ ਉਵੇਂ ਹੀ ਤੁਸੀਂ ਉਹਨਾਂ ਦਾ ਸਮਰਥਨ ਕਰਨ ਆਏ ਹੋ। हाँ जी, समूह देश और विदेश दियाँ जिन्नियां भी गुरु नानक नाम लेवा सिख संगतां ने जां विदेशों दे विच बैठे साडे वीर जिहड़े सिद्धे किसान बचाओ मोर्चे दे उत्ते जिन्हां दी अख है सारे जिहड़े वो देख रहे नाल दी नाल लाइव पे की कुछ दिल्ली दे विच वापर रहा। सो जिन्ने किसान जथेबंदियां हन सारियां इस वेले समुचे पंजाब दे विचों जिहड़ी आ संगत बहुत वड्डे पद्धर दे उत्ते आके इत्थे ਸਿੰਘੂ ਬਾਰਡਰ ਦੇ ਉੱਤੇ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਤੇ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਕਿਉਂਕਿ ਸਾਡੇ ਆਪਣੇ ਕਿਸਾਨ ਹਨ ਸਾਡੇ ਆਪਣੇ ਬਜ਼ੁਰਗ ਹਨ ਔਰ ਸਾਡੀਆਂ ਆਪਣੀਆਂ ਜਥੇਬੰਦੀਆਂ। ਸੋ ਅਸੀਂ ਸਾਰੇ ਜਾਣੇ ਜਿੰਨੇ ਵੀ ਨਿਹੰਗ ਸਿੰਘ ਸਾਰੀਆਂ ਫੌਜਾਂ ਆ ਉਹ ਇਸੇ ਕਰਕੇ ਸਾਰੇ ਸਮਰਥਨ ਦੇਣ ਵਾਸਤੇ ਆਏ ਆ ਕਿ ਜੋ 3 ਬਿੱਲ ਹਨ ਉਹਨਾਂ ਨੂੰ ਵਾਪਸ ਅਸੀਂ ਹਰ ਹਾਲਤ ਦੇ ਵਿੱਚ ਕਰਾਵਾਂਗੇ। ਸੋ ਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਨਹੀਂ ਪੂਰਾ ਸੰਤ ਸਮਾਜ ਕਾਰ ਸੇਵਾ ਵਾਲੇ ਬਾਬੇ और होर भी बहुत सारे महापुरख और पंजाब दे विचों सारियां जिन्नियां समाज सेवी जथेबंदियां समाज सेवा दे काम करदे आ और विदेशों विचों NRI वीर सारे पहुंचे हुए आ। सो जिहड़ियां निहंग सिंह जथेबंदियां उन्हां दा तां जिहड़ा हैगा रवायती हथियार शस्त्र जिहड़े आ घोड़े उन्हां दे कोल हुंदे ही हुंदे आ। सो उन्हां दा तुसीं देखदे आ आपां होले महल्ले दे उत्ते भी आपां बहुत वड्डे प्रदर्शन सारे निहंग सिंह जथेबंदियां करदियां। ਇਹ ਇਹਨਾਂ ਦੀਆਂ ਰਵਾਇਤੀ ਖੇਡਾਂ ਨੇ। ਸੋ ਮਹੱਲੇ ਕੱਢਣੇ ਘੋੜ ਸਵਾਰੀ ਕਰਨੀ ਨੇਜੇਬਾਜ਼ੀ ਕਰਨੀ ਗੱਤਕਾ ਖੇਡਣਾ ਇਹ ਗੁਰੂ ਕੀ ਫੌਜ ਦਾ ਜਿਹੜਾ ਮੁੱਖ ਕਰਤੱਵ ਹੈ। ਸੋ ਗੁਰੂ ਕੀ ਫੌਜ ਜਿਹੜੀ ਹੈ ਉਹ ਇਸ ਵੇਲੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮੋਰਚੇ ਦੇ ਵਿੱਚ ਹੈਲਪ ਦੇਣ ਵਾਸਤੇ ਨਾਲ ਵੱਡਾ ਸਹਿਯੋਗ ਦੇਣ ਵਾਸਤੇ ਉਹਨਾਂ ਦੇ ਨਾਲ ਖੜਨ ਵਾਸਤੇ ਆਈਆਂ। ਜੇ ਅਸੀਂ ਕੁਝ ਆਪਣੀ ਮਰਜ਼ੀ ਨਾਲ ਕਰਨਾ ਹੁੰਦਾ ਤੇ ਫਿਰ ਅਸੀਂ ਸਿੱਧੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਜਾ ਕੇ ਅਸੀਂ ਆਪਣਾ ਨਿਸ਼ਾਨ ਸਾਹਿਬ ਚਲਾਉਣਾ ਸੀ। ਪਰ ਅਸੀਂ ਇਸ ਵੇਲੇ ਜਾਬਤੇ ਵਿੱਚ ਰਹਿ ਕੇ ਪੂਰੇ ਸ਼ਾਂਤਮਈ ਢੰਗ ਦੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਹਿਯੋਗ ਦੇਣ ਵਾਸਤੇ ਆਏ ਆ। ਔਰ ਹਾਂ ਜਿੱਥੇ ਸਾਰੇ ਕਿਸਾਨਾਂ ਨੇ ਦਿੱਲੀ ਨੂੰ ਬਾਰਡਰਾਂ ਨੂੰ ਘੇਰਿਆ ਹੋਇਆ ਉੱਥੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਕਿਉਂਕਿ ਤਿਆਰ ਬਰ ਤਿਆਰ ਆ ਸਾਰੀਆਂ ਫੌਜਾਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ। ਉਹਨਾਂ ਨੇ ਕਿਸਾਨਾਂ ਲਈ ਮਜ਼ਦੂਰਾਂ ਲਈ ਮਜਲੂਮਾਂ ਲਈ ਦੁਖੀਆਂ ਦੇ ਨਾਲ ਖੜਨ ਵਾਸਤੇ ਸਾਡੀ ਫੌਜ ਬਣਾਈ ਆ। ਸੋ ਇਸ ਕਰਕੇ ਅਸੀਂ ਕਿਸਾਨਾਂ ਦੇ ਹੱਕਾਂ ਲਈ ਪੰਜਾਬੀਆਂ ਦੇ ਹੱਕਾਂ ਲਈ ਅਸੀਂ ਵੀ ਸਾਰੇ ਪੰਜਾਬੀ ਆ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਖੜੀਏ। ਪਰ ਅਸੀਂ ਪੂਰੇ ਜਾਬਤੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਇਹ ਸਾਰੇ ਮਾਹੌਲ ਦੇ ਵਿੱਚ ਰਹਿ ਕੇ ਪੂਰਾ ਸਹਿਯੋਗ ਦੇ ਰਹੇ ਆ। ਔਰ ਜੇ ਮੰਗਾਂ ਨਾ ਮੰਨੀਆਂ ਗਈਆਂ ਫਿਰ ਵੀ ਅਸੀਂ ਆਪਣੇ ਤੌਰ ਤੇ ਹਜੇ ਸਿੱਧੀ ਕਾਰਵਾਈ ਨਹੀਂ ਕਰਨੀ ਕਿਉਂਕਿ ਸਾਰੀ ਸੰਗਤ ਦੀ ਗੱਲ ਹੈ ਪੂਰੇ ਪੰਜਾਬ ਦੀ ਸਾਰੇ ਇੰਡੀਆ ਦੀ ਇਸ ਵੇਲੇ ਗੱਲ ਹੈ। ਇਸ ਕਰਕੇ ਜੋ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਰਲ ਕੇ ਸਾਰੀਆਂ ਫੈਸਲਾ ਲੈਣਗੀਆਂ ਰਣਨੀਤੀ ਬਣਾਉਣਗੀਆਂ ਉਹਨਾਂ ਦੇ ਮੁਤਾਬਕ ਹੀ ਅਸੀਂ ਸਾਰੇ ਜਾਣੇ ਫੈਸਲਾ ਲਵਾਂਗੇ ਨਾ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਕਾਰਜ ਕਰਾਂਗੇ। ਸੋ ਪਹਿਲਾਂ ਵੀ ਕੋਈ ਮਰਜ਼ੀ ਨਾਲ ਨਹੀਂ ਕੀਤਾ। ਜਿਹੜੇ ਨਿਹੰਗ ਸਿੰਘ ਘੋੜ ਸਵਾਰੀ ਲੈ ਕੇ ਬਾਰਡਰ ਦੇ ਉੱਤੇ ਅੱਗੇ ਜਾ ਰਹੇ ਨੇ ਜਾਂ ਪਿੱਛੇ ਜਾ ਰਹੇ ਨੇ ਸ਼ਰਦਾਈਆਂ ਦੇ ਰਗੜੇ ਲੱਗ ਰਹੇ ਆ ਇਹ ਇਹਨਾਂ ਦਾ ਰੋਜ਼ ਦਾ ਨਿਤ ਕਰਮ ਹੀ ਹੈ। ਜਿਹੜੇ ਘੋੜੇ ਹਨ ਉਹ ਕੋਈ ਆਮ ਡੰਗਰ ਨਹੀਂ ਹੈ ਜਿਹੜਾ ਇੱਕ ਕਿੱਲੇ ਦੇ ਉੱਤੇ 24 ਘੰਟੇ ਬੱਝਾ ਰਹੂਗਾ। ਘੋੜੇ ਨੂੰ ਚਲਾਉਣਾ ਉਹਨੂੰ ਘੁਮਾਉਣਾ ਫਿਰਾਉਣਾ ਜਿਹੜਾ ਉਹ ਰੋਜ਼ ਦਾ ਉਹਨਾਂ ਦਾ ਨਿਤ ਦਾ ਕਰਮ ਹੈ ਫੌਜਾਂ ਦਾ। ਸੋ ਇਸ ਕਰਕੇ ਰੋਜ਼ ਜਿਹੜੀ ਥੋੜ੍ਹੀ ਬਹੁਤੀ ਘੋੜ ਸਵਾਰੀ ਹੁੰਦੀ ਹੈ ਕੋਈ ਗੱਤਕੇ ਦੇ ਜ਼ੋਰ ਦਿਖਾਏ ਜਾ ਰਹੇ ਆ ਇਹ ਇਹਨਾਂ ਦੇ ਰੋਜ਼ ਦੇ ਕਰਤੱਵ ਆ ਇਹ ਇਹਨਾਂ ਦੀ ਰਿਹਰਸਲ ਹੀ ਆ ਇਹਨਾਂ ਦੀ ਪ੍ਰੈਕਟਿਸ ਆ ਰੋਜ਼ ਦੀ। ਸੋ ਇਸ ਕਰਕੇ ਅਜੇ ਤੱਕ ਕੋਈ ਇਹੋ ਜਿਹਾ ਮਾਹੌਲ ਨਹੀਂ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਕਿਸੇ ਨੂੰ ਡਰਾਉਣਗੀਆਂ। ਹਾਂ ਮੋਦੀ ਸਰਕਾਰ ਨੂੰ ਜ਼ਰੂਰ ਡਰਾ ਰਹੀਆਂ ਸਾਰੀਆਂ ਉਹਦਾ ਜ਼ਰੂਰ ਉਹਨਾਂ ਦਾ ਦਿਲ ਬੜਾ ਕੰਬ ਰਿਹਾ ਆ।
ਹਾਂ ਜਦੋਂ ਕਿਤੇ ਕੋਈ ਸਾਰੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਹੋਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਾਜੀ ਰੁਕਨਦੀਨ ਨੂੰ ਇਹ ਸਾਰੀਆਂ ਗੱਲਾਂ ਲਿਖੀਆਂ ਆ ਕਿ ਦਿੱਲੀ ਤਖਤ ਪਰ ਵਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਸੋ ਇੱਕ ਦਿਨ ਖਾਲਸੇ ਦਾ ਰਾਜ ਤੇ ਹੋਣਾ ਹੀ ਹੋਣਾ, ਪਰ ਉਹ ਵੱਖਰੇ ਢੰਗ ਨਾਲ ਅੱਗੇ ਵੀ ਖਾਲਸੇ ਨੇ ਜਿਹੜਾ 18-19 ਵਾਰ ਦਿੱਲੀ ਨੂੰ ਫਤਿਹ ਕੀਤਾ। ਪਰ ਇਹ ਜਿਹੜਾ ਪ੍ਰੋਗਰਾਮ ਹੈ ਇਹ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਅਸੀਂ ਸਹਿਯੋਗ ਦੇਣ ਵਾਸਤੇ ਆਏ ਆ। ਉਹ ਜਦੋਂ ਫਿਰ ਦਿੱਲੀ ਨੂੰ ਫਤਿਹ ਕਰਨ ਵਾਸਤੇ ਇਕੱਲੇ ਨਿਹੰਗ ਸਿੰਘ ਆਉਣਗੇ, ਉਹ ਫਿਰ ਜਾਂ ਹੋਰ ਸਾਰਾ ਪੰਥ ਜਦੋਂ ਰਲ ਕੇ ਆਊਗਾ ਉਹ ਫਿਰ ਦਿੱਲੀ ਨੂੰ ਫਤਿਹ ਕਰਕੇ ਜਾਵਾਂਗੇ। ਹੁਣ ਅਸੀਂ ਇਸ ਵੇਲੇ ਜਿਹੜੇ ਦਿੱਲੀ ਦੇ ਸਰਕਾਰ ਨੇ, ਕੇਂਦਰ ਸਰਕਾਰ ਨੇ ਤਿੰਨੇ ਜਿਹੜੇ ਕਾਲੇ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਨ ਵਾਸਤੇ ਅਸੀਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਮੋਢਾ ਜੋੜ ਕੇ ਅਸੀਂ ਸਾਰੇ ਖੜ੍ਹੇ ਹਾਂ। ਜੀ ਅੱਛਾ ਬਾਬਾ ਜੀ, ਅਸੀਂ ਵੇਖ ਰਹੇ ਸੀਗੇ ਕਾਫੀ ਦੇਰ ਤੋਂ ਜਿੱਦਾਂ ਸੰਘਰਸ਼ ਜਦੋਂ ਦਾ ਚੱਲ ਰਿਹਾ ਉਦੋਂ ਦਾ ਹੀ ਸਾਡੀ ਟੀਮ ਇਹਦੇ ਨਾਲ ਜੁੜੀ ਹੋਈ ਹੈ, ਤੇ ਅਸੀਂ ਵੇਖਿਆ ਕਿ ਤੁਸੀਂ ਸਭ ਤੋਂ ਅੱਗੇ ਜਿਹੜੇ ਹੈ ਤੁਹਾਡੀ ਜਿਹੜੀ ਫੌਜ ਆ ਉਹ ਖੜੀ ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਕੁਝ ਵੀ ਹੁੰਦਾ ਹੈ ਤਾਂ ਕਿਸਾਨਾਂ ਤੋਂ ਪਹਿਲਾਂ ਉਹਨਾਂ ਨੂੰ ਤੁਹਾਡਾ ਸਾਹਮਣਾ ਕਰਨਾ ਪਏਗਾ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਜਿੰਨੇ ਸਾਡੇ ਕਿਸਾਨ ਵੀਰ ਆ, ਜੇ ਇਹ ਕਿਤੇ ਲੜਨ ਦੀ ਨੀਤੀ ਨਾ ਆਉਂਦੇ ਤੇ ਸਾਰੇ ਜਾਣੇ ਆਪਣੇ ਰਵਾਇਤੀ ਇਹ ਵੀ ਡਾਂਗ ਸੋਟੇ ਹਥਿਆਰ ਨਾਲ ਲੈ ਕੇ ਆਉਂਦੇ। ਪਰ ਲੇਕਿਨ ਸਾਡੀ ਫੌਜ ਦੇ ਕੋਲ ਤਾਂ ਇਹ ਤਿਆਰ ਬਰ ਤਿਆਰ ਆ, ਗੁਰੂ ਕਾ ਖਾਲਸਾ, ਇਹਨਾਂ ਕੋਲ ਰਵਾਇਤੀ ਸ਼ਸਤਰ ਹੁੰਦੇ ਹੀ ਹੁੰਦੇ ਆ। ਸੋ ਸਾਡਾ ਫਰਜ਼ ਵੀ ਬਣਦਾ ਆ ਅਸੀਂ ਸਾਰਿਆਂ ਦੀ, ਆਪਣੇ ਪੰਜਾਬ ਦੀ ਰਾਖੀ ਲਈ, ਆਪਣੇ ਕਿਸਾਨਾਂ ਦੀ ਰਾਖੀ ਲਈ, ਭੈਣਾਂ ਬੀਬੀਆਂ ਬਜ਼ੁਰਗ ਜਿਹੜੇ ਸਾਡੇ ਨਾਲ ਆਏ ਆ, ਜੇਕਰ ਪੁਲਿਸ ਕੋਈ ਅਟੈਕ ਕਰਦੀ ਆ, ਕੋਈ ਧੱਕੇਸ਼ਾਹੀ ਕਰਦੀ ਆ, ਉਹਨਾਂ ਨੂੰ ਰੋਕਣ ਵਾਸਤੇ ਹੁਣ ਵੀ ਤੁਸੀਂ ਦੇਖ ਲਓ ਨਿਹੰਗ ਸਿੰਘਾਂ ਨੇ ਜਿਹੜੇ ਆਪਣੇ ਘੋੜੇ ਆ ਉਹ ਦਿੱਲੀ ਦਾ ਬਾਰਡਰ ਪਾਰ ਕਰਕੇ ਸਿੰਘੂ ਬਾਰਡਰ ਦੇ ਪਾਰ ਪਰਲੇ ਪਾਸੇ ਜਾ ਕੇ ਉਹਨਾਂ ਨੇ ਆਪਣੇ ਘੋੜੇ ਪਾਲਕੀ ਸਾਹਿਬ ਸਾਰਾ ਉਹਨਾਂ ਨੇ ਰਾਜ ਸਾਜ ਆਪਣਾ ਬੰਨ੍ਹਿਆ। ਸੋ ਜੇ ਚਾਹੁੰਦੇ ਤਾਂ ਇਹ ਕਦ ਦੇ ਮੋਦੀ ਦੀ ਕੋਠੀ ਨੂੰ ਘੇਰਾ ਪਾ ਸਕਦੇ ਸੀ, ਪਰ ਨਹੀਂ, ਜ਼ਾਬਤੇ 'ਚ ਰਹਿਣ ਕਰਕੇ, ਸਾਰਿਆਂ ਦੇ ਨਾਲ ਸਹਿਯੋਗ ਨਾਲ ਚੱਲਣ ਕਰਕੇ, ਕਿਸਾਨਾਂ ਦਾ ਮੋਰਚਾ ਕਰਕੇ ਅਸੀਂ ਤਾਂ ਮੂਹਰੇ ਸਾਰੇ ਡਟ ਕੇ ਖੜ੍ਹੇ ਹਾਂ। ਜੇ ਕੋਈ ਕਿਸਾਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਗੱਲ ਆਊਗੀ, ਇਹ ਨਿਹੰਗ ਸਿੰਘ ਫੌਜਾਂ, ਸ਼ਸਤਰਧਾਰੀ ਫੌਜਾਂ ਜਿਹੜੀਆਂ ਉਹ ਅੱਗੇ ਹੋ ਕੇ ਲੜਨਗੀਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਜੀ। ਤੇ ਹਾਂਜੀ, ਤੁਸੀਂ ਕੁਝ ਕਹਿਣਾ ਚਾਹੋਗੇ ਇਹਨਾਂ ਬਿੱਲਾਂ ਬਾਰੇ? ਠੀਕ ਹੈ ਜੀ, ਹਾਂਜੀ, ਇਹ ਸਾਡੇ ਚੇਅਰਮੈਨ ਸਾਹਿਬ, ਹਾਂਜੀ ਬੋਲ ਦਿਓ 2 ਮਿੰਟ ਗੱਲਬਾਤ ਕਹਿ ਦਿਓ ਬਿੱਲਾਂ ਬਾਰੇ ਮਾੜਾ। ਹਾਂਜੀ, ਤੁਸੀਂ ਇਹਨਾਂ ਬਿੱਲਾਂ ਬਾਰੇ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਕਹਿਣਾ ਚਾਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਕਰਨ ਦੇ 2 ਤਰੀਕੇ ਹੁੰਦੇ ਆ ਦੁਨੀਆ ਵਿੱਚ। ਇੱਕ ਬਿਕਰਮਾਜੀਤ ਹੋਇਆ, ਇੱਕ ਮਹਾਰਾਜਾ ਰਣਜੀਤ ਸਿੰਘ ਹੋਇਆ। ਉਹਨਾਂ ਨੇ ਇਹੋ ਜਿਹਾ ਰਾਜ ਦਿੱਤਾ ਕਿ ਜਿਵੇਂ ਗੁਰਬਾਣੀ 'ਚ ਆਉਂਦਾ, ਸਰਬਸਾਲੀ ਉੱਠੀਆਂ ਹੁਣ ਹੋਇਆ ਹਲੀਮੀ ਰਾਜ ਜਿਉ। ਉਦੋਂ ਕੋਈ ਦੁਖੀ ਨਹੀਂ ਸੀ। ਔਰ ਦੂਜਾ ਸ਼ਾਸਨ ਵੀ ਹੋਇਆ ਇੱਥੇ, ਜ਼ੁਲਮ ਕਰਨ ਵਾਲਾ ਵੀ। ਉਹ ਸੀ ਹਿਟਲਰ, ਚੰਗੇਜ਼ ਖਾਂ, ਬਾਬਰ। ਉਹਨਾਂ ਲੋਕਾਂ ਨੇ ਇਸ ਧਰਤੀ ਹਿੰਦੁਸਤਾਨ 'ਤੇ ਰਾਜ ਕੀਤਾ। ਉਹ ਜਿਹੜਾ ਉਹ ਰਾਜ ਆ ਉਹ ਕਾਲੇ ਅੱਖਰਾਂ 'ਚ ਲਿਖਿਆ ਗਿਆ। ਬਿਕਰਮਾਜੀਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਰਾਜ ਸੀ ਉਹ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ। ਇਹ ਤਾਂ ਹੁਣ ਮੋਦੀ ਨੇ ਵੇਖਣਾ ਕਿ ਮੈਂ ਬਾਬਰ ਵਾਂਗੂ ਜਾਬਰ ਬਣਨਾ, ਔਰੰਗਜ਼ੇਬ ਵਾਂਗੂ ਜ਼ਾਲਮ ਬਣਨਾ, ਹਿਟਲਰ ਵਾਂਗੂ ਜ਼ਾਲਮ ਬਣਨਾ, ਕਿ ਚੰਗੇਜ਼ ਖਾਂ ਵਾਂਗੂ ਜ਼ਾਲਮ ਬਣਨਾ। ਇਸ ਕਰਕੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਹਿੰਦੁਸਤਾਨ ਸਾਰਿਆਂ ਦਾ, ਹਿੰਦੁਸਤਾਨ ਤੇਰਾ ਇਕੱਲੇ ਦਾ ਨਹੀਂ ਹਿੰਦੁਸਤਾਨ ਹੈਗਾ। ਉਹ ਸਮਝਦਾ ਸਾਡਾ ਹਿੰਦੁਸਤਾਨ ਆ, ਹਿੰਦੁਸਤਾਨ ਸਾਡਾ। ਉਹ ਤਾਂ ਹੁਣ ਇੱਥੇ ਬਾਰਡਰਾਂ 'ਤੇ ਸਾਨੂੰ ਬੰਨੀ ਬੈਠਾ, ਇੱਥੇ ਲਾ ਕੇ ਬਾਰਡਰ, ਸਾਨੂੰ ਗਾਂਹ ਨਹੀਂ ਜਾਣਦਾ। ਸਾਡਾ ਹਿੰਦੁਸਤਾਨ ਨਹੀਂ ਹੈਗਾ। ਇਹਨਾਂ ਦਾ ਕੁਰਬਾਨੀ ਕੀਤੀ ਕੋਈ ਨਹੀਂ। ਅੱਜ ਜਿਹੜੇ ਲੋਕ ਪੰਜਾਬ ਦੇ ਆਏ ਨੇ, ਇਹਨਾਂ ਦਾ ਇਤਿਹਾਸ ਪੜ੍ਹੋ। ਸਭ ਤੋਂ ਵੱਧ ਪੰਜਾਬ ਦੇ ਲੋਕਾਂ ਨੇ ਕੁਰਬਾਨੀ ਕੀਤੀ ਹਿੰਦੁਸਤਾਨ ਆਜ਼ਾਦ ਕਰਾਉਣ ਲਈ। ਇਸ ਕਰਕੇ ਇਹਨੂੰ ਆਪਣੇ ਆਪ ਹੀ ਅਮਿਤ ਸ਼ਾਹ ਕਹਿੰਦੇ, ਮੈਂ ਤਾਂ ਇਹ ਵੀ ਮੇਰੇ ਤਾਂ ਅਮਿਤ ਸ਼ਾਹ ਅਬਦਾਲੀ ਲੱਗਦਾ ਨਾ। ਅਮਿਤ ਸ਼ਾਹ ਰੱਤਾ ਰੂਹ ਉਹੀ ਆ। ਜਿਹੜਾ ਮੋਦੀ ਹੈ ਇਹ 'ਚ ਰੂਹ ਹੈਗੀ ਔਰੰਗਜ਼ੇਬ ਦੀ। ਅੱਜ ਦੀ ਘੜੀ ਜੋ ਮੈਨੂੰ ਲੱਗ ਰਹੀ ਆ, ਗਾਂ ਰੱਬ ਨੂੰ ਵੈਰੂ ਮੱਤ ਦੇ ਤਾਂ ਵੱਖਰੀ ਗੱਲ ਆ। ਇਸ ਕਰਕੇ ਅਸੀਂ ਮੋਦੀ ਨੂੰ ਅਪੀਲ ਵੀ ਕਰਦੇ ਰਹੇ ਹਾਂ ਕਿ ਮੋਦੀ ਸਾਹਿਬ, ਕਿਸੇ ਦਾ ਅੰਤ ਨਹੀਂ ਲਈਦਾ। ਅੰਤ ਰੱਬ ਤੇ ਅੱਤ ਦਾ ਵੈਰ ਹੁੰਦਾ। ਤੂੰ ਅੱਤ ਨਾ ਚੱਕ, ਫਿਰ ਰੱਬ ਵੀ ਤੇਰੇ ਖਿਲਾਫ ਹੋ ਜਾਊਗਾ। ਸੰਗਤ ਜਿਹੜੀ ਸਾਰੀ ਖੜੀ ਆ, ਇਹ ਸਾਰਾ ਰੱਬ ਦਾ ਰੂਪ ਆ। ਇਸ ਕਰਕੇ ਮੋਦੀ ਨੂੰ ਚਾਹੀਦਾ ਕਿ ਜਿਹੜੇ ਕਾਨੂੰਨ ਕਾਲੇ ਵਾਪਸ ਲੈ ਲੈਣ। ਅਸੀਂ ਸਾਰੇ ਕਿਸਾਨ ਆਏ ਆ। ਜਿਹੜੇ ਲੋਕ ਆ ਨਿਹੰਗ ਸਿੰਘ ਆ, ਇਹ ਤਾਂ ਉੱਥੇ ਵੀ ਆਪਣਾ ਪੰਜਾਬ 'ਚ ਵੀ ਉਹਦੇ ਗਤਕਾ ਕਰਦੇ ਆ, ਘੋੜੀਆਂ ਵਜਾਈ ਫਿਰਦੇ ਆ। ਇਹਦਾ ਮਤਲਬ ਉੱਥੇ ਲੁਕਣ ਮਰਨ ਲੱਗ ਪੈਂਦੇ ਆ। ਇਹ ਤਾਂ ਬੇਵਕੂਫ, ਇਹ ਤਾਂ ਗੋਦੀ ਮੀਡੀਆ ਇਹਨਾਂ ਦੇ ਲੱਗੇ ਹੀ। ਜਿਹਨੂੰ ਆਪਾਂ ਕਹਿੰਦੇ ਕੌਲੀ ਝੱਟ ਲੋਕ ਆ, ਇੱਕੋ ਹੀ ਗੱਲ, ਪੈਸੇ ਦਿਓ ਚਾਰ ਜੋ ਮਰਜ਼ੀ ਬੁਲਾਈ ਜਾਓ। ਇਸ ਕਰਕੇ ਇਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਹੜੀ ਗੋਦੀ ਮੀਡੀਆ ਬਣਾਇਆ ਇਹਨਾਂ ਨੇ, ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਲੋਕ ਇੱਕ ਆਪਦੇ ਹੱਕਾਂ ਮੰਗਣ ਲਈ ਆਏ ਆ। ਕਾਹਦੀ ਡੈਮੋਕ੍ਰੇਸੀ ਦੱਸੋ ਮੈਨੂੰ। ਉੱਥੇ 3 ਮਹੀਨੇ ਦੇ ਲੋਕ ਖੜੇ, ਬੁੜੀਆਂ, ਬੰਦੇ, ਬੱਚੇ ਬੈਠੇ ਆ। ਕਾਹਦੇ ਲਈ ਬੈਠੇ ਆ? ਇੱਥੇ ਕੋਈ ਨਿੱਜੀ ਕੰਮ ਸਾਡਾ ਨਹੀਂ ਹੈਗਾ।
ਇਸ ਕਰਕੇ ਲੋੜ ਇਸ ਗੱਲ ਦੀ ਆ ਕਿ ਇਹਨਾਂ ਨੂੰ ਜਿਹੜੀ ਸਰਕਾਰ ਕੇਂਦਰ ਦੀ ਉਹਨਾਂ ਨੂੰ ਆਪਣੀ ਸਮਝਦਾਰੀ ਤੋਂ ਕੰਮ ਲੈਣੀ ਚਾਹੀਦੀ ਹੈ। ਜੇ ਅਸੀਂ ਕੋਈ ਹੰਕਾਰ ਨਹੀਂ ਕਰਦੇ ਵੀ ਅਸੀਂ ਦਿੱਲੀ ਫਤਿਹ ਕਰਨ ਲਈ ਆਏ ਹਾਂ, ਅਸੀਂ ਕਹਿੰਦੇ ਮਿਹਨਤ ਕਰ ਲੈਂਦੇ ਹਾਂ, ਸਾਡੀਆਂ ਮੰਗਾਂ ਮੰਨ ਲਾ ਜਿਹੜੀ ਹੈਗੀ ਆਹੀ ਗੱਲ, ਹੋਰ ਗੱਲ ਕੀ ਆ। ਅਸੀਂ ਵਾਪਸ ਮੁੜ ਜਾਵਾਂਗੇ, ਕਰਾਂਗੇ ਕੰਮ ਕਰਾਂਗੇ ਜਾ ਕੇ। ਜੇ ਗੱਲ ਹੁਣ ਈਗੋ ਬਣਾ ਲਈ ਅਹਿਮਦ ਸ਼ਾਹ ਅਬਦਾਲੀ ਨੇ ਜਾਂ ਉਹਨੇ ਮੋਦੀ ਨੇ ਵੀ ਅਸੀਂ ਤਾਂ ਜੀ ਇਹਨਾਂ ਨੂੰ ਦੜਨਾ ਕ੍ਰਸ਼ ਕਰਨਾ ਇਹਨਾਂ ਲੋਕਾਂ ਨੂੰ, ਤੇ ਅਸੀਂ ਮਿਹਨਤ ਕਰ ਲਏ, ਸਾਡੇ ਹੱਕਾਂ ਮੰਨ ਲਏ, ਅਸੀਂ ਮਾਫੀ ਮੰਗ ਲਏ ਵੀ ਹੱਥੋਂ ਗਲਤੀ ਸਾਨੂੰ ਮਾਫੀ ਦੇ ਦੇ, ਪਰ ਸਾਡੇ ਹੱਕ ਜਿਹੜੇ ਹੈਗੇ ਆ ਕਾਲੇ ਤਿੰਨ ਜਿਹੜੇ ਕਾਨੂੰਨ ਬਣਾਏ ਕਿਸਾਨਾਂ ਦੇ ਖਿਲਾਫ ਵਾਪਸ ਲੈ ਲਏ। ਰੌਲਾ ਤਾਂ ਕੋਈ ਹੈ ਹੀ ਨਹੀਂ, ਇਹ ਤਾਂ ਰੌਲਾ ਪਾਇਆ ਗਿਆ। ਇਸ ਕਰਕੇ ਅਸੀਂ ਫਿਰ ਵਾਰ-ਵਾਰ ਅਪੀਲ ਕਰਦੇ ਹਾਂ, ਸਾਰੇ ਕਿਸਾਨ ਵੀ ਇਹੀ ਕਹਿ ਰਹੇ ਨੂੰ ਕਿ ਆਹ ਲੋਕ ਸਾਰੇ ਵੇਖੋ, ਇਹ ਪਹਿਲੀ ਦਫਾ ਕਿ ਸਾਰੀਆਂ ਧਾਰਮਿਕ ਜਥੇਬੰਦੀਆਂ, ਪਿੰਦਰਪਾਲ ਸਿੰਘ ਇੱਥੇ ਬੋਲਿਆ, ਜਿਹੜੇ ਵੱਡੇ ਵੱਡੇ ਗਿਆਨੀ ਧਿਆਨੀ ਸਾਰੇ ਇੱਥੇ ਬੈਠੇ ਆ। ਹੁਣ ਮੋਦੀ ਸਾਰਿਆਂ ਨੂੰ ਸਿਆਣਾ ਦਿਨ ਹੋ ਗਿਆ, ਅਹਿਮਦ ਸ਼ਾਹ ਅਬਦਾਲੀ ਸਾਰਿਆਂ ਨੂੰ ਸਿਆਣਾ ਦਿਨ ਹੋ ਗਿਆ, ਅਮਿਤ ਸ਼ਾਹ ਜੀ ਨੂੰ ਬੋਲਦੇ ਹੋ। ਇਸ ਕਰਕੇ ਲੋੜ ਇਸ ਗੱਲ ਦੀ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝੇ ਔਰ ਵਿਚਾਰੇ। ਇਹ ਤਾਂ ਬਹੁਤ ਲੋਕਾਂ ਨੇ ਜ਼ੁਲਮ ਕੀਤੇ, ਇਤਿਹਾਸ ਪੜ੍ਹੋ ਪੁਰਾਣਾ ਇੱਥੇ ਹਿੰਦੁਸਤਾਨ ਦਾ, ਬੁਰੇ ਹਾਲ ਰਹੇ ਇੱਥੇ, 1000 ਸਾਲ ਮੁਲਕ ਗੁਲਾਮ ਰਿਹਾ, ਉਹ ਤਾਂ ਬੋਲੇ ਨਹੀਂ। ਫਿਰ ਜੇ ਐਡੇ ਬਹਾਦਰ ਸੀ, ਜੋ ਮੁਲਕ ਗੁਲਾਮ ਸੀ ਇਹਨਾਂ ਦਾ, ਇਹ ਮਾਣ ਕਰਦੇ ਅਸੀਂ ਜੀ ਮਾਲਕ ਹਿੰਦੁਸਤਾਨ ਦੇ, ਦੂਜੇ ਦੇ ਵੀ ਤੁਰੇ ਫਿਰਦੇ ਇੱਥੇ। ਉਧਰ ਮੁਲਕ ਨੂੰ ਕਿਉਂ ਨਹੀਂ ਯਾਦ ਕਰਾਇਆ ਇਹਨਾਂ ਨੇ? ਗੁਲਾਮ ਕਿਉਂ ਰਹੇ 1000 ਸਾਲ? ਸਾਡੀਆਂ ਕੁੜੀਆਂ ਬੁੜੀਆਂ ਬਹੂ ਬੇਟੀਆਂ ਤੇ ਧਨ ਦੌਲਤ ਆਹ ਸੋਮਨਾਥ ਦੇ ਮੰਦਿਰ ਤੋਂ 200 ਮਣ ਦਾ ਸੋਨਾ ਦਾ ਜਿਹੜਾ ਜੰਜੀਰ ਲੱਗਾ ਸੀ ਉਹ ਚੱਕ ਕੇ ਲੈ ਗਿਆ, ਗਜਨੀ ਦਾ ਬਾਦਸ਼ਾਹ ਲੈ ਗਿਆ। ਮੁੜ ਕੇ ਜਿਹੜੇ ਤਖਤੇ ਸੀ ਉਹ ਲੈ ਕੇ ਗਜਨੀ ਦਾ ਬਾਦਸ਼ਾਹ ਜਿਹੜਾ ਸੀ ਉਹ ਹਰਮੰਦਰ ਸਾਹਿਬ ਲੱਗੇ ਦਰਸ਼ਨ ਡਿਊਟੀ ਕਰਨ ਉੱਥੇ ਲੱਗੇ ਹੋਏ ਸੀ ਉਹਨਾਂ ਦਾ। ਇਹ ਤਾਂ ਵਾਪਸੀ ਕਰਾਏ ਕਿਹਨਾਂ ਕੋਲ? ਤੇ ਜਿਹੜੇ ਅਸੀਂ ਲੋਕ ਜਿਨ੍ਹਾਂ ਨੇ ਪੰਜਾਬ ਹਿੰਦੁਸਤਾਨ ਨੂੰ ਸਿਰਜਿਆ ਬਣਾਇਆ ਉਹਨਾਂ ਦੇ ਖਿਲਾਫ ਆ। ਇਹ ਤਾਂ ਮਤਲਬ ਆਪਦੇ ਪੈਰ ਤੇ ਆਪ ਘੋੜਾ ਮਾਰ ਰਹੇ ਆ। ਸੋ ਇੰਨੀਆਂ ਬੇਨਤੀਆਂ ਕਰਕੇ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਤੁਸੀਂ ਇਹ ਜਿਹੜਾ ਸਾਰਾ ਅੰਦੋਲਨ ਚੱਲ ਰਿਹਾ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਜਿਹੜਾ ਅੰਦੋਲਨ ਹੈ ਇਹ ਅੱਜ ਤੋਂ ਨਹੀਂ, ਪਿਛਲੇ ਉਦੋਂ ਤੋਂ ਹੀ ਸ਼ੁਰੂ ਹੋਇਆ ਜਦੋਂ ਭਾਰਤ ਸਰਕਾਰ ਨੇ ਖੇਤੀ ਸੰਬੰਧੀ 3 ਬਿੱਲ ਪਾਸ ਕੀਤੇ। ਤਾਂ ਕਿਸਾਨ ਜਿਹੜੀ ਜਥੇਬੰਦੀਆਂ ਜਿਹੜੀਆਂ ਇਹਨਾਂ ਬਿੱਲ ਹੋਣ ਤੋਂ ਵੀ ਪਹਿਲਾਂ ਬਲਕਿ 40 ਸਾਲ ਤੋਂ ਖੇਤੀ ਦੇ ਸੰਬੰਧੀ ਸੰਘਰਸ਼ ਕਰ ਰਹੀਆਂ, ਕਿਉਂਕਿ ਇਹ ਬਿੱਲ ਆਉਣ ਤੋਂ ਪਹਿਲਾਂ ਵੀ ਪੰਜਾਬ ਦੇ ਕਿਸਾਨ, ਹਿੰਦੁਸਤਾਨ ਦੇ ਕਿਸਾਨ ਘਾਟੇ ਦਾ ਸੌਦਾ ਕਰਕੇ ਵੀ ਇਹ ਲਾਹੇਵੰਦ ਖੇਤੀ ਨਹੀਂ ਹੈ, ਇਹ ਘਾਟੇਵੰਦ ਖੇਤੀ ਹੈ। ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਸੀ, ਪਰ ਜਿਹੜੇ ਆ ਬਿੱਲ ਆ ਗਏ ਇਹ ਹੋਰ ਵੀ ਘਾਤਕ ਸੀ। ਇਸ ਕਰਕੇ ਕਿਸਾਨਾਂ ਨੇ ਤੁਰੰਤ ਹੀ ਇਹਦਾ ਮੁਜ਼ਾਹਰਾ ਕੀਤਾ, ਇਹਦਾ ਰੋਸ ਕੀਤਾ ਤਾਂ ਕਿ ਭਾਰਤ ਸਰਕਾਰ ਇਹਨਾਂ ਬਿੱਲਾਂ ਨੂੰ ਪਾਸ ਨਾ ਕਰੇ। ਪਰ ਮੋਦੀ ਸਰਕਾਰ ਕੋਲ ਇਸ ਵੇਲੇ ਬਹੁਮਤ ਹੈ, ਉਹਨੇ ਬਹੁਮਤ ਦੇ ਜ਼ੋਰ 'ਤੇ ਬਿਨਾਂ ਕੋਈ ਚਰਚਾ ਕਰਾਇਆ, ਬਿਨਾਂ ਕੋਈ ਬਿੱਲਾਂ ਦੇ ਉੱਪਰ ਵਿਚਾਰ ਕੀਤਿਆਂ, ਬਿਨਾਂ ਵਿਰੋਧੀ ਧਿਰਾਂ ਦੀ ਗੱਲ ਸੁਣਿਆ ਉਹਨਾਂ ਨੇ ਬਿੱਲ ਪਾਸ ਕਰਤੇ, ਇਹਨੂੰ ਕਾਨੂੰਨ ਬਣਾ ਦਿੱਤਾ। ਇਹਨੂੰ ਰੱਦ ਕਰਾਉਣ ਵਾਸਤੇ ਜਥੇਬੰਦੀਆਂ ਨੇ ਸੰਘਰਸ਼ ਸ਼ੁਰੂ ਕੀਤਾ। 3 ਮਹੀਨੇ ਹੋ ਚੱਲੇ ਨੇ। ਪਿਛਲੇ 14 ਦਿਨਾਂ ਤੋਂ ਦਿੱਲੀ ਦੇ ਆਲੇ ਦੁਆਲੇ 5 ਥਾਵਾਂ 'ਤੇ ਬਾਰਡਰ ਜਿਹੜੇ ਆ ਦਿੱਲੀ ਦੇ ਸੀਲ ਕੀਤੇ ਹੋਏ ਆ। ਇਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਜੇ ਤੁਹਾਡੇ ਕਾਨੂੰਨ ਸਹੀ ਹੈ ਤੇ ਸਾਡੇ ਨਾਲ ਆ ਕੇ ਸਾਡੀ ਏਡਾ ਵੱਡਾ ਜਿਹੜਾ ਇਕੱਠ ਹੋਇਆ ਹੈ ਇਹ ਕਾਹਦੇ ਲਈ ਹੋਇਆ? ਜਿਵੇਂ ਭਾਰਤ ਦਾ ਇੱਕ ਟ੍ਰੈਂਡ ਹੈ, ਜਿਹੜੀ ਵੀ ਸਰਕਾਰ ਆਉਂਦੀ ਹੈ, ਜੇ ਕੋਈ ਪੰਜਾਬ ਤੋਂ ਗੱਲ ਕਰਦਾ ਉਹਨਾਂ ਨੂੰ ਖਾਲਿਸਤਾਨੀ ਕਹਿ ਦਿੰਦੇ ਆ, ਜੇ ਕੋਈ ਕਸ਼ਮੀਰ ਤੋਂ ਆਪਦੇ ਹੱਕ ਮੰਗਦਾ ਹੈ ਉਹਨਾਂ ਨੂੰ ISI ਦਾ ਕਹਿ ਦਿੰਦੇ ਆ, ਜੇ ਕੋਈ ਉੱਧਰੋਂ ਅਸਾਮ ਵੱਲੋਂ ਕਰਦਾ ਉਹਨਾਂ ਨੂੰ ਨਕਸਲਵਾਦੀ ਕਹਿ ਦਿੰਦੇ ਆ। ਇਸ ਤਰ੍ਹਾਂ ਦੇ ਇਹਨਾਂ ਨੇ ਸਲੋਗਨ ਜੇ ਬਣਾਏ ਆ, ਪਰ ਇੱਥੇ ਕਿਸਾਨਾਂ ਨੇ ਬੜੀ ਤਹਮਲ ਦੇ ਨਾਲ, ਸ਼ਾਂਤੀ ਦੇ ਨਾਲ ਜਿਹੜਾ ਇਹ ਸੰਘਰਸ਼ ਚਲਾਇਆ ਉਹ ਸਾਬਤ ਕਰ ਦਿੱਤਾ ਕਿ ਇਹ ਕਿਸਾਨਾਂ ਦਾ ਮੋਰਚਾ ਹੈ, ਇਹ ਕਿਸੇ ਜਥੇਬੰਦੀ ਦਾ ਨਹੀਂ, ਇਹ ਕਿਸੇ ਅੱਤਵਾਦੀਆਂ ਦੀ ਜਥੇਬੰਦੀ ਦਾ ਨਹੀਂ, ਕਿਸੇ ਅੰਦੋਲਨ ਦਾ ਨਹੀਂ। ਫਿਰ ਇਹਨੇ ਕਿਹਾ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈ, ਜਿਵੇਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਹੈ, ਸੈਂਟਰ ਦੇ ਵਿੱਚ ਵੀ ਹੋਰ ਕਈਆਂ ਸਟੇਟਾਂ ਦੇ ਵਿੱਚ ਕਾਂਗਰਸ ਸਰਕਾਰ ਹੈਗੀ ਹੈ, ਵੀ ਉਹ ਉਹਨਾਂ ਨੂੰ ਸਪੋਰਟ ਕਰ ਰਹੀ ਹੈ। ਫਿਰ ਇਹਨਾਂ ਨੇ ਜਦੋਂ ਵੇਖਿਆ ਕਿ ਨਹੀਂ, ਸਮੁੱਚੇ ਉਹਨਾਂ ਸਟੇਟਾਂ 'ਚੋਂ ਵੀ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸਮੂਲੀਅਤ ਕੀਤੀ ਇਸ ਸੰਘਰਸ਼ ਦੇ ਵਿੱਚ। ਇਹ ਤੋਂ ਇਲਾਵਾ ਦੇਖੋ, ਸਭ ਤੋਂ ਵੱਡੀ ਸੰਸਦ ਦੁਨੀਆ ਦੀ ਹੈਗੀ ਹੈ UNO। UNO ਦੇ ਵਿੱਚੋਂ ਵੀ ਇੱਕ ਲੈਟਰ ਜਾਰੀ ਹੋ ਗਿਆ ਕਿ ਏਡੀ ਵੱਡੀ ਪੱਧਰ 'ਤੇ ਸ਼ਾਂਤਮਈ ਸੰਘਰਸ਼ ਜਿਹੜਾ ਜਾਰੀ ਹੋਇਆ ਹੈ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਉਹਨਾਂ ਨੂੰ ਤਸੱਲੀ ਕਰਾਉਣੀ ਚਾਹੀਦੀ ਹੈ, ਭਾਰਤ ਸਰਕਾਰ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ, ਜਸਟਿਸ ਟਰੂਡੋ ਨੇ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਹੈ ਕਿ ਇਹ ਤਾਂ ਰਾਜਨੀਤਿਕ ਜਿਹੜੀ ਸਿਸਟਮ ਚੱਲਦਾ ਹੈ ਵੱਖਰੀ ਗੱਲ ਹੈ, ਪਰ ਇਹ ਜੇ ਡੈਮੋਕ੍ਰੇਸੀ ਦੇ ਉੱਪਰ ਇੱਕ ਧੱਬਾ ਹੈ। ਜੇ ਇਹ ਇਸ ਤਰ੍ਹਾਂ ਏਡੇ ਵੱਡੇ ਅੰਦੋਲਨਾਂ ਨੂੰ ਕੁਚਲ ਦੀ ਗੱਲ ਕੀਤੀ ਜਾਵੇ, ਉਹਨਾਂ ਦੀ ਗੱਲ ਨਾ ਸੁਣੀ ਜਾਵੇ। ਬਹੁਤ ਵੱਡੇ ਮੁਜ਼ਾਹਰੇ ਹੋਏ। ਅਮਰੀਕਾ ਦੇ 45 ਜਿਹੜੇ MP ਆ ਉਹਨਾਂ ਨੇ ਇੱਕ
ਆਵਾਜ਼ ਹੋ ਕੇ ਕਿਹਾ ਹੈ ਕਿ ਇਸ ਅੰਦੋਲਨ ਦੀ ਗੱਲ ਸੁਣਨੀ ਚਾਹੀਦੀ ਹੈ। ਬ੍ਰਿਟਨ ਦੇ ਵਿੱਚ ਬਹੁਤ ਵੱਡਾ ਮੁਜ਼ਾਹਰਾ ਹੋਇਆ, ਬ੍ਰਿਟਨ ਦੀ ਐਮਬੈਸੀ ਘੇਰੀ ਗਈ। ਜੇ ਫਿਰ ਵੀ ਮੋਦੀ ਕਹਿੰਦਾ ਵੀ ਮੇਰੀ ਗੱਲ ਸੱਚੀ ਹੈ, ਮੈਂ ਕਹਿੰਦਾ ਵੀ ਇਹ ਬਿੱਲ ਕਿਸਾਨਾਂ ਦੇ ਹੱਕ 'ਚ ਹੈ, ਅਸੀਂ ਉਹਨਾਂ ਨੂੰ ਇੱਕ ਚੈਲੰਜ ਕਰਦੇ ਹਾਂ ਵੀ ਤੁਸੀਂ ਇੱਕ ਇੰਟਰਨੈਸ਼ਨਲ ਮੀਡੀਆ 'ਤੇ ਆਓ, ਇੱਥੇ ਲਿਖਿਆ ਜਾਊ ਇੱਕ ਕੁਰਸੀ ਤੇਰੇ ਵਾਸਤੇ ਡਾਹ ਦਿੰਦੇ ਆ। ਬੜੇ ਸਤਿਕਾਰ ਨਾਲ ਕਹਾਂਗੇ ਕਿ ਇਹ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਹੈ। ਦੂਜੇ ਪਾਸੇ ਕਿਸਾਨਾਂ ਦਾ ਇੱਕ ਅਸੀਂ ਨੁਮਾਇੰਦਾ ਦੇ ਦਾਂਗੇ, ਬੇਸ਼ੱਕ ਅਸੀਂ ਬਲਬੀਰ ਸਿੰਘ ਰਾਜੇਵਾਲ ਨੂੰ ਦੇ ਦਈਏ, ਇੱਕ ਪਾਸੇ ਉਹਦੀ ਕੁਰਸੀ ਡਾਹ ਦਿਆਂਗੇ, 1 ਘੰਟਾ ਬਹਿਸ ਹੋਵੇ, ਬਕਾਇਦਾ ਉਹਦੇ ਉੱਪਰ ਵੋਟਿੰਗ ਹੋਵੇ। ਜੇ 40% ਵੋਟ ਵੀ ਲੈ ਜਾਵੇ ਮੋਦੀ, ਦੁਨੀਆ ਭਰ ਦੀ ਵੋਟਿੰਗ ਹੋਵੇ, ਇਹ ਨਾ ਕਿ ਤੁਸੀਂ ਇਕੱਲੇ ਆਪਦੀਆਂ ਵੋਟਾਂ ਪਾਓ, ਦੁਨੀਆ ਦੇ ਵਿੱਚੋਂ ਵੋਟਾਂ ਪੈਣ, ਤਾਂ ਅਸੀਂ ਮੰਨ ਲਾਂਗੇ ਕਿ ਤੂੰ ਜਿਹੜੀ ਗੱਲ ਕਰਦਾ ਤੂੰ ਕਹਿਣ ਦੇ ਹੱਕ ਰੱਖਦਾ ਹੈ ਗੱਲ ਕਹਿਣ ਦਾ। ਜੇ ਤੂੰ ਆਪਦੀ ਹੈਂਕੜ ਵਿੱਚ ਕਵੇਂ, ਆਪਦੇ ਹੱਥ ਵਿੱਚ ਕਵੇਂ ਮੇਰੇ ਕੋਲੇ ਬਹੁਮਤ ਹੈ ਤੇ ਮੈਂ ਜਿਹੜੀ ਗੱਲ ਕਹਿਣਾ ਉਹੀ ਸੱਚੀ, ਮੇਰੇ ਵਿਰੁੱਧ ਕੋਈ ਬੋਲੇ ਤਾਂ ਕਿਉਂ ਬੋਲੇ? ਕਿਉਂਕਿ ਉਹਨਾਂ ਨੇ ਦੇਖੋ ਅਡਵਾਣੀ ਵਰਗੇ ਬੰਦੇ, ਰਾਜਨਾਥ ਵਰਗੇ ਬੰਦੇ ਉਹਨਾਂ ਨੇ ਮੁੱਠੇ ਲਾਏ ਹੋਏ ਆ ਆਪਦੀ ਹੈਂਕੜ 'ਚ। ਉਹਨਾਂ ਦੀ ਪਾਰਟੀ ਦਾ ਮਸਲਾ ਕਰ ਸਕਦੇ ਆ, ਪਰ ਕਦੇ ਕਿ ਡੈਮੋਕ੍ਰੇਸੀ ਦੇ ਵਿੱਚ ਕੋਈ ਬੋਲੇ ਹੀ ਨਾ, ਉਹਦੇ ਆਪਦੀ ਗੱਲ ਹੀ ਨਾ ਕਰੇ, ਆਪਦੇ ਹੱਕ ਦੀ ਗੱਲ ਨਾ ਕਰੇ, ਇਹ ਤਾਂ ਕਦੇ ਕੋਈ ਨਿਆਂ ਦੀ ਗੱਲ ਨਹੀਂ। ਜੇ ਭਾਰਤ ਦੀ ਸਰਕਾਰ ਕੋਲ ਅੱਜ ਬਹੁਮਤ ਹੈ ਤੇ ਬਹੁਮਤ ਦਾ ਅਰਥ ਇਹ ਨਹੀਂ ਹੁੰਦਾ ਕਿ ਦੁਨੀਆ ਦੀ ਹਰ ਸਟਰਗਲ ਨੂੰ, ਹਿੰਦੁਸਤਾਨ ਦੇ ਲੋਕਾਂ ਦੀ ਹਰ ਆਵਾਜ਼ ਨੂੰ ਕੁਚਲ ਦਿੱਤਾ ਜਾਵੇ। ਨਹੀਂ, ਡੈਮੋਕ੍ਰੇਸੀ ਦੇ ਵਿੱਚ ਬਹੁਮਤ ਦਾ ਅਰਥ ਹੁੰਦਾ ਹੈ ਕਿ ਵਿਕਾਸ ਕਰਨਾ, ਆਪਦੀ ਜਨਤਾ ਨੂੰ ਖੁਸ਼ ਕਰਨਾ, ਉਹਨਾਂ ਨੂੰ ਸਹੂਲਤਾਂ ਦੇਣੀਆਂ, ਉਹਨਾਂ ਦੀ ਤਰੱਕੀ ਦੇ ਰਾਹ ਖੋਲ੍ਹਣੇ, ਇਹ ਮਤਲਬ ਹੁੰਦਾ। ਅਸੀਂ ਅੱਜ ਵੀ ਮੋਦੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਦੀਵਾਰ 'ਤੇ ਲਿਖਿਆ ਤੈਨੂੰ ਪੜ੍ਹ ਲੈਣਾ ਚਾਹੀਦਾ। ਇਹ ਬਹੁਤ ਵੱਡੀ ਇੱਕ ਲੋਕ ਲਹਿਰ ਬਣ ਚੁੱਕੀ ਹੈ, ਜਿਸ ਨੂੰ ਸਮਝਣ ਵਾਸਤੇ ਤੈਨੂੰ ਦੇਰ ਨਹੀਂ ਕਰਨੀ ਚਾਹੀਦੀ, ਤਾਂ ਕਿ ਹਿੰਦੁਸਤਾਨ ਦੀ ਜਿਹੜੀ ਦੁਨੀਆ ਹੈ ਸੁਖੀ ਵਸੇ। ਤੁਸੀਂ ਦੇਖ ਰਹੇ ਹੋ ਕਿਵੇਂ ਛੋਟੇ ਛੋਟੇ ਬੱਚੇ, ਬਜ਼ੁਰਗ, ਮਾਤਾਵਾਂ, ਬਜ਼ੁਰਗ, ਸਾਡੇ ਕਿਸਾਨ ਜਿਹੜੇ ਆ ਉਹ ਸੜਕਾਂ 'ਤੇ ਪਏ ਆ, ਆਪਣਾ ਲੰਗਰ ਆਪ ਪਕਾਉਂਦੇ ਆ, ਕਿਸੇ ਨੂੰ ਕੋਈ ਤਕਲੀਫ ਨਹੀਂ ਦੇ ਰਹੇ। ਸਿਰਫ ਸਾਡਾ ਪ੍ਰੋਟੈਸਟ ਮੋਦੀ ਦੇ ਖਿਲਾਫ ਹੈ। ਅਸੀਂ ਇਹ ਕਹਿ ਲਈਏ ਨਾ ਕਿ ਇਕੱਲੀ ਭਾਜਪਾ ਦੇ ਖਿਲਾਫ ਨਹੀਂ, ਇਹ ਜਿਹੜੀ ਹੈਂਕੜਬਾਜ਼ੀ ਮੋਦੀ ਦੀ ਆ। ਅਸੀਂ ਮੋਦੀ ਨੂੰ ਚੈਲੰਜ ਕਰਦੇ ਹਾਂ, ਕਿਸੇ ਸਟੇਜ 'ਤੇ ਆ ਜਾਵੇ, ਕਿਤੇ ਗੱਲ ਕਰ ਲਵੇ, ਸਿਰਫ ਆਪਣੇ ਆਪ ਦੀ ਆਪਦੀ ਪਾਰਟੀ 'ਚ ਬੈਠ ਕੇ, ਆਪਦੀ ਕੁਰਸੀ 'ਤੇ ਬੈਠ ਕੇ ਉੱਤੇ ਹਰ ਕੋਈ ਡਿੰਗਾ ਮਾਰ ਸਕਦਾ, ਮਾਰ ਲਵੇ। ਪਰ ਇਹ ਇਸ ਨੂੰ ਗੱਲ ਨੂੰ ਸਮਝਦੇ ਹੋਇਆਂ, ਨਜਾਕਤ ਨੂੰ ਸਮਝਦੇ ਹੋਇਆਂ, ਹਾਲਾਤ ਨੂੰ ਸਮਝਦੇ ਹੋਇਆਂ, ਸੱਚਾਈ ਨੂੰ ਸਮਝਦੇ ਹੋਇਆਂ, ਉਹਨੂੰ ਸਿੱਖਾਂ ਦੇ ਅੰਦੋਲਨ ਦੀਆਂ, ਵਾਹਿਗੁਰੂ ਕਿਸਾਨਾਂ ਦੇ ਅੰਦੋਲਨ ਦੀਆਂ ਜਿਹੜੀਆਂ ਡਿਮਾਂਡਸ ਹੈ ਉਹ ਮੰਨ ਲੈਣੀਆਂ ਚਾਹੀਦੀਆਂ ਜੀ। ਅੱਛਾ ਬਾਬਾ ਜੀ, ਤੁਸੀਂ ਇਸ ਅੰਦੋਲਨ ਦੇ ਵਿੱਚ ਕਿਵੇਂ ਯੋਗਦਾਨ ਪਾ ਰਹੇ ਹੋ? ਅਸੀਂ ਉੱਪਰ ਇੰਟਰਨੈਸ਼ਨਲ ਪੰਥਕ ਦਲ ਦਾ ਅਸੀਂ ਬੈਨਰ ਲਾਇਆ ਜੀ। ਇਹਦੇ ਤੋਂ ਅਸੀਂ 2 ਤਰੀਕ ਤੋਂ ਇੱਥੋਂ ਮੈਡੀਕਲ ਕੈਂਪ ਲਾਇਆ ਹੋਇਆ ਹੈ। ਇੱਕ ਜਿਹੜਾ ਸਾਡਾ ਕੈਂਪ ਲੱਗਾ ਹੈ ਉਹ ਸਾਂਝਾ ਚੁੱਲ੍ਹਾ, ਸਾਂਝੀ ਆਪਣੀ ਰਸੋਈ ਢਾਬਾ ਹੈ, ਇੱਥੋਂ ਕੋਈ 5 ਕਿਲੋਮੀਟਰ ਪਿੱਛੇ ਆ, ਉੱਥੇ ਵੀ ਇੱਕ ਲਾਇਆ। ਉਹ ਜਿਹੜਾ ਕੈਨੇਡਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਵੀ ਸਾਨੂੰ ਸਾਡੀ ਜਿਹੜੀ ਜਥੇਬੰਦੀ ਹੈ, ਇਹ ਦੁਨੀਆ ਭਰ ਦੇ ਵਿੱਚ ਇਹਦੀਆਂ ਬ੍ਰਾਂਚਾਂ ਨੇ, ਖਾਸ ਕਰਕੇ ਇੰਗਲੈਂਡ ਦੇ ਵਿੱਚ ਨੇ। ਅੱਜ ਵੀ ਜਿਹੜੀਆਂ ਬਹੁਤ ਸਾਰੀਆਂ ਦਵਾਈਆਂ ਆਈਆਂ, ਭਾਈ ਸੁਰਿੰਦਰ ਸਿੰਘ USA ਦੇ ਨਿਵਾਸੀ ਨੇ ਤੇ ਪਿੰਡ ਧੰਨੋਵਾਲੀ ਦੇ ਰਹਿਣ ਵਾਲੇ ਨੇ, ਉਹਨਾਂ ਨੇ ਬਹੁਤ ਸਾਰੀਆਂ ਦਵਾਈਆਂ ਭੇਜੀਆਂ। ਇਸੇ ਤਰ੍ਹਾਂ ਸਾਡੀ ਯੂਨਿਟ ਦਾ ਜਿਹੜਾ ਆਰਗੇਨਾਈਜ਼ ਸਕੱਤਰ ਹੈ ਭਾਈ ਪਰਮਜੀਤ ਸਿੰਘ ਢਾਡੀ, ਉਹਦੇ 2 ਭਤੀਜੇ ਨੇ ਭਾਈ ਕਵਿੰਦਰ ਸਿੰਘ, ਭਾਈ ਦਲਵੀਰ ਸਿੰਘ, ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਬਹੁਤ ਸਾਰੀਆਂ ਸੰਗਤਾਂ ਯੋਗਦਾਨ ਪਾ ਰਹੀਆਂ। ਸਾਨੂੰ ਪਹਿਲਾਂ ਜਿਹੜੇ ਖਰਚੇ ਕਰਨੇ ਪਏ, ਅਸੀਂ ਦਵਾਈਆਂ ਲਿਆਂਦੀਆਂ, ਟੈਂਟ ਲਾਏ, ਇੱਕ ਨਾਲ ਹੀ ਅਸੀਂ ਵਿਸ਼ਰਾਮ ਘਰ ਬਣਾਇਆ ਹੈ, ਪਰ ਸੰਗਤਾਂ ਦਾ ਹਰ ਪੱਖੋਂ ਸਹਿਯੋਗ ਮਿਲ ਰਿਹਾ ਹੈ, ਕਿਸੇ ਕਿਸਮ ਦੀ ਕਮੀ ਨਹੀਂ। ਅਸੀਂ ਦੋਨੇ ਤਰ੍ਹਾਂ ਦੀਆਂ, ਐਲੋਪੈਥੀ ਵੀ ਤੇ ਹੋਮੋਪੈਥੀ ਵੀ, ਸਾਡੇ ਕੋਲੇ ਬੜੇ ਮਾਹਰ ਡਾਕਟਰ ਹੈ, ਬੜੀਆਂ ਚੰਗੀਆਂ ਸੇਵਾਵਾਂ ਦੇ ਰਹੇ ਆ। ਸਾਨੂੰ ਇਹਨਾਂ ਤੇ ਬੜੀ ਤਸੱਲੀ ਹੈ। ਤੇ ਜਿਸ ਢੰਗ ਦੇ ਨਾਲ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਹਰਿਆਣਾ ਪ੍ਰਾਂਤ ਦੇ ਲੋਕਾਂ ਨੇ, ਹਰਿਆਣੇ ਦੇ ਖਾਸ ਕਰਕੇ ਨੌਜਵਾਨਾਂ ਨੇ, ਕਿਸਾਨਾਂ ਨੇ ਇਸ ਅੰਦੋਲਨ ਵਿੱਚ ਬਹੁਤ ਵੱਡਾ ਸਾਥ ਦਿੱਤਾ। ਜਿੱਥੋਂ ਇੱਕ ਵੀ ਸਟੇਟਮੈਂਟ ਆਈ ਹਰਿਆਣਾ ਦੇ CM ਦੀ ਕਿ ਹਰਿਆਣੇ ਦੇ ਲੋਕਾਂ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ, ਇਹਨਾਂ ਦਾ ਕੋਈ ਸਮਰਥਨ ਨਹੀਂ, ਕੋਈ ਸਾਥ ਨਹੀਂ, ਤਾਂ ਇਹਨਾਂ ਨੇ ਵੱਡੀ ਪੱਧਰ 'ਤੇ ਇੱਥੇ ਇਕੱਠ ਕਰਕੇ ਕਿਹਾ ਕਿ ਸਾਡਾ ਜਿਹੜਾ ਸਾਥ ਹੈ ਇਹ ਕਿਸਾਨਾਂ ਦੇ ਨਾਲ ਹੈ। ਇਹ ਅੰਦੋਲਨ ਕੇਵਲ ਪੰਜਾਬ ਦਾ ਨਹੀਂ, ਸਮੁੱਚੇ ਕਿਸਾਨਾਂ ਦਾ ਹੈ। ਤੇ ਵੱਡੀ ਪੱਧਰ 'ਤੇ ਵਿਚਾਰੇ ਰੋਜ਼ ਸਿਰਾਂ 'ਤੇ ਚੁੱਕ ਕੇ ਫਲ ਲਿਆ ਰਹੇ ਆ, ਅਮਰੂਦ ਲਿਆ ਰਹੇ ਆ, ਹੋਰ ਆਟਾ ਦਾਲਾਂ ਲੈ ਕੇ ਆ ਰਹੇ ਨੇ, ਔਰ ਵੱਡੀ ਪੱਧਰ 'ਤੇ ਕਿਸਾਨ ਇੱਥੇ ਪਹੁੰਚੇ ਹੋਏ ਆ। ਮੈਂ ਹੈਰਾਨ ਹਾਂ ਕਿ ਔਰਤਾਂ ਵੀ ਇੱਥੇ ਲੰਗਰ ਪਕਾਉਣ ਵਾਸਤੇ, ਹੋਰ ਸਫਾਈ ਕਰਨ ਵਾਸਤੇ ਬੜੀ ਵੱਡੀ ਪੱਧਰ 'ਤੇ ਹਰਿਆਣੇ ਦੀਆਂ ਬੀਬੀਆਂ ਵੀ ਪਹੁੰਚ ਰਹੀਆਂ। ਮੈਂ ਵਿਸ਼ੇਸ਼ ਤੌਰ 'ਤੇ ਇਹਨਾਂ ਦਾ ਧੰਨਵਾਦੀ ਹਾਂ। ਜਿਹੜੇ ਹੁਣ ਗੁਜਰਾਤ ਤੋਂ ਚੱਲ ਕੇ ਇੱਕ ਜੱਥਾ ਆਇਆ ਕਿਸਾਨਾਂ ਦਾ, ਤੇ ਉਹ ਮੋਦੀ ਦੀ ਮਦਰ ਸਟੇਟ ਹੈ ਗੁਜਰਾਤ ਤਾਂ, ਤੇ ਉੱਥੋਂ ਦੇਖੋ ਚੱਲ ਕੇ ਕਿਸਾਨ ਆਏ ਵੀ ਸਾਨੂੰ ਤਾਂ ਜਦੋਂ ਇਹ CM ਹੁੰਦਾ ਸੀ ਗੁਜਰਾਤ ਦਾ, ਉਦੋਂ ਦਾ ਸਾਡਾ ਅਜਾੜਾ ਸ਼ੁਰੂ ਕੀਤਾ ਹੋਇਆ। ਤੇ ਇਹ ਚੰਗਾ ਤੁਸੀਂ ਪੰਜਾਬ ਦੇ ਲੋਕਾਂ ਨੇ ਇੱਕ ਇਨੀਸ਼ੀਏਟਿਵ ਲਈ ਆ, ਤੇ ਤੁਹਾਨੂੰ ਅਸੀਂ ਵਧਾਈ ਦਿੰਦੇ ਤੇ ਹਰ ਤਰ੍ਹਾਂ ਤੁਹਾਡੇ ਨਾਲ ਖੜੇ ਆ।
ਬੰਗਾਲ ਤੋਂ ਬਹੁਤ ਵੱਡਾ ਜੱਥਾ ਲੈ ਕੇ ਇੱਕ ਕਿਸਾਨ ਆਗੂ ਹੈ, ਉਹਦੇ ਨਾਲ 4000 ਬੰਦਾ ਸੀ। ਬੜਾ ਤੁਸੀਂ ਸੁਣਿਆ ਹੋਣਾ ਲਾਈਵ, ਉਹ ਬੋਲੇ, ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਨਾਲ ਹੈ, ਉੱਤਰ ਪ੍ਰਦੇਸ਼ ਤੋਂ ਆ ਰਹੇ ਹੈ। ਇਸ ਵਾਸਤੇ ਇਹਨਾਂ ਗੱਲਾਂ ਨੂੰ ਮੁੱਦੇ ਨਜ਼ਰ ਰੱਖ ਕੇ ਨਾ ਤੁਰੰਤ ਜਿਹੜੀ ਇਹ ਗੱਲ ਜਿਹੜੀ ਕਿਸਾਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ। ਸਾਡੀਆਂ ਤਾਂ ਸਿਹਤ ਸਹੂਲਤਾਂ ਹੈ, ਅਸੀਂ ਉਦੋਂ ਤੱਕ ਹੀ ਜਾਰੀ ਰੱਖਾਂਗੇ ਜਦੋਂ ਤੱਕ ਇਹ ਅੰਦੋਲਨ ਚੱਲਦਾ ਰਹੇਗਾ। ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਡਾਕਟਰਾਂ ਸਾਰਿਆਂ ਨੇ ਹਮਾਇਤ ਕਰਤੀ। ਪੰਜਾਬ ਦੇ ਜਿੰਨੇ MBBS ਡਾਕਟਰ, ਗਵਰਨਮੈਂਟ ਡਾਕਟਰ, ਸਿਵਲ ਹਸਪਤਾਲਾਂ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ, ਉਹਨਾਂ ਸਭਨਾਂ ਨੇ ਕੱਲ ਵੱਡੀ ਪੱਧਰ ਤੇ ਮੇਰੇ ਨਾਲ ਸਰਦਾਰ ਦਰਸ਼ਨ ਸਿੰਘ ਮੰਡ ਖੜੇ ਨੇ, ਇਹ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਹੇ ਪਹਿਲਾਂ। ਇਹਨਾਂ ਨੂੰ ਕੱਲ ਉਹਨਾਂ ਨੇ ਫਰੀਦਕੋਟ ਸੱਦ ਕੇ ਬਹੁਤ ਵੱਡਾ ਸਮਰਥਨ ਦਿੱਤਾ ਹੈ ਤੇ ਉਹ ਆਪਣੀਆਂ ਸੇਵਾਵਾਂ ਵੀ ਇੱਥੇ ਨਿਭਾਉਣ ਵਾਸਤੇ ਸਾਨੂੰ ਆਫਰ ਕਰ ਰਹੇ। ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਜਿਹੜੇ ਡਾਕਟਰ ਇੱਥੇ ਸੇਵਾ ਨਿਭਾ ਰਹੇ ਹੈ, ਇਹਨਾਂ ਦਾ ਵੀ ਧੰਨਵਾਦ ਹੈ। ਵੱਡੀ ਪੱਧਰ ਤੇ ਸਾਨੂੰ ਦਵਾਈਆਂ ਵੀ ਸਪਲਾਈ ਕਰ ਰਹੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਕਿਸਾਨ ਏਕਤਾ ਜਿੰਦਾਬਾਦ। ਹਾਂਜੀ ਦੋਸਤੋ, ਜਿਵੇਂ ਕਿ ਬਾਬਾ ਜੀ ਨੇ ਦੱਸਿਆ ਸੀਗਾ, ਐਲੋਪੈਥਿਕ ਤੇ ਅੰਗਰੇਜ਼ੀ ਦੋਵੇਂ ਦਵਾਈਆਂ ਜਿਹੜੀਆਂ ਇੱਥੇ ਮੌਜੂਦ ਹੈ ਤੇ ਸੇਵਾਵਾਂ ਜਿਹੜੀਆਂ ਨੇ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਇਹ ਅੰਦੋਲਨ ਚੱਲੇਗਾ।